ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਜੀ, ਆਪਾਂ ਸਾਰੇ ਉਸ ਪਰਮੇਸ਼ਰ ਦੇ, ਉਸ ਪ੍ਰਭੂ ਦੇ, ਉਸ ਸਤਿਗੁਰੂ ਦੇ ਦਾਸ ਹਾਂ। ਗੌੜੀ ਰਾਗ ਦੇ ਅੰਦਰ ਭਗਤ ਗੁਰੂ ਬਾਬਾ ਰਵਿਦਾਸ ਜੀ ਮਹਾਰਾਜ, ਉਹਨਾਂ ਦੀ ਬਾਣੀ ਦਰਜ ਹੈ। ਗੌੜੀ ਰਾਗ ਦੇ ਅੰਦਰ ਸ਼ਬਦ ਹੈ, ਗੌੜੀ ਰਵਿਦਾਸ ਜੀ। ਮੇਰੀ ਸੰਗਤ ਪੋਚ ਸੋਚ ਦਿਨ ਰਾਤੀ, ਮੇਰਾ ਕਰਮ ਕੁਟਲਤਾ ਜਨਮ ਕਪਾਤੀ। ਰਾਮ ਗੁਸਈਆ ਜੀ ਕੇ ਜੀਵਨਾ, ਮੋਹੇ ਨਾ ਵਿਸਾਰੋ ਮੈਂ ਜਨ ਤੇਰਾ। ਭਗਤ ਜੀ ਬਾਬਾ ਰਵਿਦਾਸ ਜੀ, ਗੁਰੂ ਰਵਿਦਾਸ ਜੀ ਆਖਦੇ ਹਨ ਕਿ ਮੇਰਾ ਜੋ ਕਰਮ ਹੈ ਉਹ ਚੰਗਾ ਨਹੀਂ, ਮੇਰੀ ਸੰਗਤ ਚੰਗੀ ਨਹੀਂ। ਪੋਚ ਭਾਵ ਜਿਹੜਾ ਚਮੜੇ ਦਾ ਕੰਮ ਕਰਦੇ ਹਨ, ਜੋੜੇ ਬਣਾਉਣ ਦਾ ਕੰਮ, ਮਰੇ ਹੋਏ ਪਸ਼ੂਆਂ ਨੂੰ ਢੋਣਾ, ਇਹ ਕੰਮ। ਮੇਰੀ ਸੰਗਤ ਪੋਚ ਸੋਚ ਦਿਨ ਰਾਤੀ, ਮੇਰਾ ਕਰਮ ਕੁਟਲਤਾ ਜਨਮ ਕੁਪਾਤੀ। ਮੇਰਾ ਜਨਮ ਨੀਚਾਂ ਦੇ ਕਰਦਾ ਹੈ। ਉਸ ਸਮੇਂ ਜਦੋਂ ਛੂਤ ਛਾਤ ਦਾ ਦੌਰ ਬਹੁਤ ਸੀ, ਕੁਛ ਸਮਾਜ ਦੇ ਉੱਚ ਪੱਧਰ ਦੇ ਲੋਕਾਂ ਨੇ ਕੁਛ ਲੋਕਾਂ ਨੂੰ ਦਬਾ ਕੇ ਰੱਖਿਆ ਹੋਇਆ ਸੀ। ਉਹਨਾਂ ਤਾਂ ਬੋਲ ਸਕਦੇ ਸਨ, ਨਾ ਕਿਸੇ ਸਭਾ ਦੇ ਵਿੱਚ ਚੰਗੀ ਤਰ੍ਹਾਂ ਜਾ ਸਕਦੇ ਸਨ, ਨਾ ਮੰਦਰਾਂ ਦੇ ਵਿੱਚ ਜਾ ਸਕਦੇ ਸਨ, ਅਤੇ ਨਾ ਹੀ ਕੁਛ ਆਪਣੇ ਵਿਚਾਰਾਂ ਨੂੰ ਪ੍ਰਗਟ ਕਰ ਸਕਦੇ ਸਨ। ਜਦੋਂ ਇਹ ਕਰਨ ਦਾ ਕੋਈ ਯਤਨ ਕਰਦਾ ਸੀ ਤਾਂ ਉਹਨਾਂ ਨੂੰ ਸਜ਼ਾ ਦਿੱਤੀ ਜਾਂਦੀ ਸੀ। ਇੱਥੇ ਤੱਕ ਵੀ ਮੰਤਰਾਂ ਦਾ ਉਚਾਰਨ ਕਰਨਾ ਜਾਂ ਸੁਣਨਾ, ਇਹ ਦੋਨੋਂ ਹੀ ਵਰਜਿਤ ਸਨ। ਸਮਾਂ ਬੀਤਿਆ, ਭਗਤੀ ਕਾਲ ਦਾ ਸਮਾਂ ਆਇਆ। ਭਗਤੀ ਕਾਲ ਦੇ ਸਮੇਂ ਦੇ ਵਿੱਚ ਬਾਬਾ ਰਵਿਦਾਸ ਜੀ, ਭਗਤ ਨਾਮਦੇਵ ਜੀ, ਭਗਤ ਕਬੀਰ ਜੀ, ਭਗਤ ਸੈਣ ਜੀ, ਭਗਤ ਸਦਨਾ ਜੀ ਔਰ ਹੋਰ ਨੀਚ ਕੁਲਾਂ ਦੇ ਵਿੱਚ ਜਿਹੜੇ ਭਗਤ ਪੈਦਾ ਹੋਏ, ਉਹਨਾਂ ਨੇ ਭਗਤੀ ਦਾ ਰੰਗ ਲਿਆ ਕੇ ਇਸ ਸੰਸਾਰ ਦੇ ਵਿੱਚ ਪ੍ਰਗਟ ਕੀਤਾ ਅਤੇ ਨੀਵੀਂ ਸਤ੍ਹਾ ਤੋਂ ਚੱਕ ਕੇ ਉਹਨਾਂ ਲੋਕਾਂ ਨੂੰ ਬਰਾਬਰ ਦਾ ਰੁਤਬਾ ਦਿਵਾਉਣ ਦੀ ਕੋਸ਼ਿਸ਼ ਕੀਤੀ, ਤਾਂ ਹੋਇਆ ਵੀ। ਅਤੇ ਭਗਤ ਜੀ ਆਖਦੇ ਹਨ, ਬਾਬਾ ਰਵਿਦਾਸ ਜੀ ਆਖਦੇ ਹਨ, ਗੁਰੂ ਰਵਿਦਾਸ ਜੀ ਆਖਦੇ ਹਨ, ਮੇਰੀ ਸੰਗਤ ਪੋਚ ਸੋਚ ਦਿਨ ਰਾਤੀ, ਮੇਰਾ ਕਰਮ ਕੁਟਲਤਾ ਜਨਮ ਕੁਪਾਤੀ। ਮੇਰਾ ਕਰਮ ਜਿਹੜਾ ਚੰਗਾ ਨਹੀਂ ਹੈ, ਕੁਟਲਤਾ ਭਾਵ ਬੜਾ ਕਠੋਰ ਕੰਮ, ਜਿਹੜਾ ਮਰੇ ਹੋਏ ਪਸ਼ੂਆਂ ਦਾ ਪੋਚ ਲਾਉਣਾ, ਚਮੜਾ ਬਣਾਉਣਾ, ਉਹਦੇ ਜੋੜੇ ਤਿਆਰ ਕਰਨੇ ਅਤੇ ਉਸ ਸਮੇਂ ਦੇ ਲੋਕਾਂ ਦੇ ਪੈਰਾਂ ਦੇ ਵਿੱਚ ਪਾਉਣੇ। ਕੋਈ ਪੈਸਾ ਦੇ ਜਾਵੇ ਤਾਂ ਵੀ ਠੀਕ ਹੈ, ਕੋਈ ਪੈਸਾ ਨਹੀਂ ਦੇ ਜਾਵੇ ਤਾਂ ਵੀ ਠੀਕ, ਕਿਸੇ ਉੱਤੇ ਜ਼ੋਰ ਨਹੀਂ ਸੀ ਚੱਲਦਾ, ਗਰੀਬੀ ਦੀ ਹਾਲਤ ਸੀ। ਰਾਮ ਗੁਸਈਆ ਜੀ ਕੇ ਜੀਵਨਾ, ਮੋਹੇ ਨਾ ਵਿਸਾਰੋ ਮੈਂ ਜਨ ਤੇਰਾ। ਇਸ ਸੰਸਾਰ ਦੇ ਠੁਕਰਾਏ ਹੋਏ ਲੋਕਾਂ ਨੂੰ ਇੱਕ ਈਸ਼ਵਰ ਦੇ ਨਾਮ ਦਾ ਸਹਾਰਾ ਸੀ, ਅਤੇ ਉਹ ਬਾਬਾ ਰਵਿਦਾਸ ਜੀ ਨੇ ਉਸ ਪ੍ਰਭੂ ਦੇ ਨਾਮ ਦਾ ਸਹਾਰਾ ਲਿਆ ਅਤੇ ਆਪਣਾ ਜੀਵਨ ਜਾਪਨ ਕੀਤਾ। ਉਸ ਪ੍ਰਭੂ ਦੇ ਨਾਮ ਦੇ ਸਹਾਰੇ ਵਿੱਚੋਂ ਬਹੁਤ ਕੁਛ ਪ੍ਰਾਪਤ ਹੋਇਆ। ਇੱਥੋਂ ਤੱਕ ਕਿ ਬੜੇ ਬੜੇ ਰਾਜੇ ਮਹਾਰਾਜੇ ਲੋਕ ਉਹਨਾਂ ਦੀ ਸ਼ਰਨ ਦੇ ਵਿੱਚ ਆਏ। ਜੋ ਉਸ ਸਮੇਂ ਦੀ ਪ੍ਰਸਿੱਧ ਮੀਰਾਂ ਸੀ, ਉਹ ਗੁਰੂ ਰਵਿਦਾਸ ਜੀ ਦੀ ਚੇਲੀ ਬਣੀ ਆ ਕੇ। ਸ਼ਾਹੀ ਖਾਨਦਾਨ ਦੇ ਵਿੱਚੋਂ ਸੀ, ਰਾਜੇ ਦੀ ਬੇਟੀ ਸੀ, ਚਰਚਾ ਬੜੀ ਹੋਈ।
ਇੱਕ ਦਿਨ ਕੀ ਹੋਇਆ, ਉਹਨਾਂ ਨੇ ਨਿਮੰਤਰਣ ਕੀਤਾ ਕਿ ਮਹਾਰਾਜ ਤੁਸੀਂ ਮੇਰੇ ਗੁਰੂਦੇਵ ਹੋ, ਤੁਸੀਂ ਸਾਡੇ ਘਰ ਦੇ ਵਿੱਚ ਆਵੋ, ਮਹਿਲਾਂ ਦੇ ਵਿੱਚ ਚੰਨ ਪਾਵੋ, ਸਾਡੇ ਬ੍ਰਹਮ ਭੋਜ ਹੈ, ਤੁਸੀਂ ਜ਼ਰੂਰ ਆਉਣਾ ਹੈ। ਉੱਥੇ ਚਰਚਾ ਛਿੜ ਗਈ ਉੱਚ ਕੁਲ ਦੇ ਲੋਕਾਂ ਦੇ ਵਿੱਚ, ਬ੍ਰਾਹਮਣਾਂ ਦੇ ਵਿੱਚ, ਕਿ ਨੀਚ ਜਾਤ ਦੇ ਬੰਦੇ ਨੂੰ ਅਸੀਂ ਨਾਲ ਨਹੀਂ ਬਿਠਾਉਣਾ। ਅਤੇ ਬਾਬਾ ਰਵਿਦਾਸ ਜੀ ਨੇ ਮੀਰਾ ਜੀ ਨੂੰ ਕਿਹਾ ਕਿ ਪੁੱਤਰੀ ਤੂੰ ਜਿੱਦ ਨਾ ਕਰ, ਅਸੀਂ ਅੰਦਰ ਬੈਠ ਕੇ ਪ੍ਰਸ਼ਾਦਾ ਅਲੱਗ ਤੌਰ 'ਤੇ ਛਕ ਲਵਾਂਗੇ, ਤੁਸੀਂ ਇਹਨਾਂ ਦੀ ਪੰਗਤ ਵਿੱਚ ਸਾਨੂੰ ਨਾ ਬਿਠਾਓ। ਜਦੋਂ ਇਹ ਫੈਸਲਾ ਹੋ ਗਿਆ ਅਤੇ ਪ੍ਰਸ਼ਾਦਾ ਥਾਲੀਆਂ ਵਿੱਚ ਪਰੋਸ ਦਿੱਤਾ ਗਿਆ। ਹਜ਼ਾਰਾਂ ਪੰਡਤ ਬ੍ਰਾਹਮਣ ਸਾਧੂ ਸੰਨਿਆਸੀ ਬੈਠ ਕੇ ਛਕਣ ਲੱਗੇ। ਤਾਂ ਕੀ ਦੇਖਦੇ ਹਨ, ਜਦੋਂ ਮੰਤਰਾਂ ਦਾ ਉਚਾਰਨ ਹੋਇਆ ਅਤੇ ਇਕੱਲੇ ਇਕੱਲੇ ਦੇ ਨਾਲ ਭਗਤ ਰਵਿਦਾਸ ਜੀ ਬੈਠੇ ਹੋਏ ਹਨ। ਇਕੱਲੇ ਇਕੱਲੇ ਦੇ ਨਾਲ ਇੱਕ ਇੱਕ ਭਗਤ ਰਵਿਦਾਸ ਜੀ, ਜਿਤਨੇ ਹਜ਼ਾਰ ਭਗਤਾਂ ਦੇ ਵਿੱਚ ਪੰਡਤ ਬੈਠੇ ਸਨ, ਨਾਲ ਹਜ਼ਾਰਾਂ ਹੀ ਰੂਪ ਬਾਬਾ ਰਵਿਦਾਸ ਜੀ ਦੇ ਬਣ ਗਏ। ਜਦੋਂ ਉਹ ਥਾਲੀ ਦੇ ਵਿੱਚ ਹੱਥ ਪਾਉਂਦੇ ਹਨ ਅਤੇ ਨਾਲ ਹੀ ਉਹਨਾਂ ਦਾ ਥਾਲੀ ਦੇ ਵਿੱਚ ਹੱਥ ਪੈਂਦਾ ਹੈ। ਕੌਤਕ, ਮਹਾਂ ਕੌਤਕ ਹੋ ਗਿਆ। ਸਾਰਿਆਂ ਨੇ ਬੇਨਤੀ ਕੀਤੀ ਕਿ ਮਹਾਰਾਜ ਸਾਡੇ ਕੋਲ ਗਲਤੀ ਹੋ ਗਈ, ਇਹ ਸਾਡੇ ਨਾਲ ਬੈਠੇ ਹਨ, ਇਹ ਤਾਂ ਅੰਦਰ ਬੈਠੇ ਹਨ। ਝਗੜਾ ਪੈ ਗਿਆ, ਕੋਈ ਕਹਿੰਦਾ ਸਾਡੇ ਨਾਲ ਬੈਠਾ, ਕੋਈ ਕਹਿੰਦੇ ਸਾਡੇ ਨਾਲ ਬੈਠੇ ਹਨ। ਅੰਦਰ ਜਾ ਕੇ ਦੇਖਿਆ ਤਾਂ ਉੱਥੇ ਵੀ ਬੈਠੇ ਹਨ। ਅਤੇ ਮਹਾਰਾਜ ਨੇ ਕੌਤਕ ਵਰਤਾ ਦਿੱਤਾ, ਸਾਰੇ ਅਚੰਭਤ ਰਹਿ ਗਏ। ਅਤੇ ਉਸ ਸਮੇਂ ਦੇ ਉਹ ਰਾਜੇ ਜਿਸ ਦੇ ਘਰ ਬ੍ਰਹਮ ਭੋਜ ਸੀ, ਜਿਹੜੀ ਮੀਰਾ ਬਾਈ ਸੀ, ਉਹਨਾਂ ਦੇ ਪਿਤਾ, ਇਹ ਕੌਤਕ ਦੇ ਕੇ ਹੋਰ ਵੀ ਸ਼ਰਧਾ ਜਾਗ ਪਈ। ਬਹੁਤ ਲੋਕ ਉਹਨਾਂ ਦੇ ਅਨੁਯਾਈ ਬਣ ਗਏ। ਕਿਹਦਾ ਰੰਗ ਸੀ? ਇੱਕ ਨਾਮ ਦਾ ਰੰਗ ਸੀ, ਇੱਕ ਭਜਨ ਦਾ ਰੰਗ ਸੀ। ਉਹਦੇ ਨਾਮ ਦੀ ਵਡਿਆਈ ਸੀ। ਮੇਰੀ ਸੰਗਤ ਪੋਚ ਸੋਚ ਦਿਨ ਰਾਤੀ, ਮੇਰਾ ਕਰਮ ਕੁਟਲਤਾ ਜਨਮ ਕਪਾਤੀ, ਰਾਮ ਗੁਸਾਈਆਂ ਜੀ ਕੇ ਜੀਵਨਾ। ਤੂੰ ਗੁਸਾਈ ਹੈ, ਤੂੰ ਸਾਰਿਆਂ ਦਾ ਮਾਲਕ ਹੈ, ਐ ਰਾਮ ਜੀ ਕੇ ਜੀਵਨਾ, ਤੂੰ ਜੀਆਂ ਦਾ ਜੀਵਨ ਦਾਤਾ। ਮੋਹੇ ਨਾ ਵਿਸਾਰੋ ਮੈਂ ਜਨ ਤੇਰਾ, ਮੈਂ ਤੇਰੀ ਸ਼ਰਨ ਵਿੱਚ ਹਾਂ, ਮੈਨੂੰ ਵਿਸਾਰੀ ਨਾ, ਮੈਂ ਤੇਰੇ ਅੰਗ ਸੰਗ ਸਦਾ ਬਣਿਆ ਰਵਾਂ। ਤੁਸੀਂ ਮੇਰੇ ਉੱਤੇ ਮਿਹਰ ਦਾ ਹੱਥ ਰੱਖੋ, ਜਿਸ ਕਰਕੇ ਮੈਂ ਤੁਹਾਡੀ ਸ਼ਰਨ ਵਿੱਚ ਰਹਾਂ। ਮੋਹੇ ਨਾ ਵਿਸਾਰੋ ਮੈਂ ਜਨ ਤੇਰਾ, ਮੇਰੀ ਹਰੋ ਵਿਪਤ ਜਨ ਕਰੋ ਸਪਾਈ। ਮੇਰੀ ਬਿਪਤਾ ਨੂੰ ਹਰ ਲਵੋ, ਮੇਰੇ 'ਤੇ ਕਿਰਪਾ ਕਰੋ। ਮੇਰੀ ਹਰੋ ਵਿਪਤ ਜਨ ਕਰੋ ਸਪਾਈ, ਚਰਨ ਨਾ ਛੱਡੋ ਸਰੀਰ ਕਲ ਜਾਈ। ਮੈਂ ਤੁਹਾਡੇ ਚਰਨਾਂ ਦਾ ਆਸਰਾ ਨਹੀਂ ਛੱਡਾਂਗਾ, ਭਾਵੇਂ ਮੇਰੇ ਸਰੀਰ ਨੂੰ ਇਹ ਲੋਕ ਨਸ਼ਟ ਵੀ ਕਰ ਦੇਣ, ਪਰ ਮੈਂ ਤੁਹਾਡੀ ਸ਼ਰਨ ਨਹੀਂ ਛੱਡਾਂਗਾ। ਕਹੋ ਰਵਿਦਾਸ ਪਰੋ ਤੇਰੀ ਸਾਂਭਾ, ਬੇਗ ਮੱਲੋ ਜਨ ਕਰਨਾ ਬਿਲਾਂਬਾ। ਭਗਤ ਜੀ ਕਹਿੰਦੇ ਹਨ, ਬਾਬਾ ਜੀ ਕਹਿੰਦੇ ਹਨ, ਗੁਰੂ ਜੀ ਕਹਿੰਦੇ ਹਨ, ਕਹੇ ਰਵਿਦਾਸ ਪਰੋਂ ਤੇਰੀ ਸਾਂਭਾ। ਸਾਂਭਾ ਤੋਂ ਭਾਵ ਮੈਂ ਤੇਰੀ ਸ਼ਰਨ ਵਿੱਚ ਹਾਂ। ਬੇਗ ਮਿਲੋ, ਮੈਨੂੰ ਜਲਦੀ ਦਰਸ਼ਨ ਦਿਓ, ਜਨ ਕਰਨਾ ਬਿਲੰਬਾ। ਦੇਰੀ ਨਾ ਕਰੋ, ਮੇਰੇ ਉੱਤੇ ਕਿਰਪਾ ਦਾ ਹੱਥ ਰੱਖੋ, ਤਾਂ ਕਿ ਮੈਂ ਤੁਹਾਡੀ ਸ਼ਰਨ ਵਿੱਚ ਰਹਿ ਕੇ ਸੁੱਖ ਨੂੰ ਪ੍ਰਾਪਤ ਹੋਵਾਂ ਅਤੇ ਮੈਨੂੰ ਦਰਸ਼ਨਾਂ ਦਾ ਸੁੱਖ ਹੋਵੇ। ਦਰਸ਼ਨ ਦੀਜੈ ਖੋਲ ਕਵਾੜ, ਤੁਝ ਬਿਨ ਸੁਰਤ ਕਰੇ ਕੋ ਮੇਰੀ। ਦਰਸ਼ਨ ਦੀਜੈ ਖੋਲ ਕਵਾੜ, ਮੇਰੇ 'ਤੇ ਕਿਰਪਾ ਕਰ, ਹਰ ਵੇਲੇ ਮੇਰੇ ਉੱਤੇ ਕਿਰਪਾ ਕਰਕੇ ਮੇਰੇ ਅੰਗ ਸੰਗ ਰਹਿ, ਅਤੇ ਮੈਂ ਨਿਸ਼ੰਕ ਹੋ ਕੇ ਇਸ ਜੀਵਨ ਦਾ ਜੀਵਨ ਜਾਪਨ ਕਰਾਂ। ਮੇਰੀ ਜੋ ਕਿਰਤ ਹੈ ਉਹ ਮੈਂ ਕਰਾਂਗਾ, ਮੇਰੀ ਜੋ ਬਿਰਤ ਹੈ ਉਸ ਨੂੰ ਮੈਂ ਚਲਾਵਾਂਗਾ, ਅਤੇ ਆਪਣਾ ਜੋ ਤੂੰ ਜੀਵਨ ਦਿੱਤਾ ਹੈ ਉਸ ਦਾ ਗੁਜ਼ਰਾਨ ਕਰਾਂਗਾ। ਪਰ ਮੈਨੂੰ ਆਪਣੇ ਚਰਨਾਂ ਦੀ ਪ੍ਰੀਤੀ ਬਖਸ਼, ਦੇਰ ਨਾ ਕਰ,
ਤੇ ਮੇਰੇ ਉੱਤੇ ਕਿਰਪਾ ਕਰਕੇ ਮੈਨੂੰ ਦਰਸ਼ਨ ਦਿਓ। ਵਾਹਿਗੁਰੂ ਜੀ ਕਾ ਖਾਲਸਾ,